ਇਹ ਪਤਾ ਹੀ ਨਹੀਂ ਹੁੰਦਾ ਵੀ ਉਹ ਜੋ ਕਰ ਰਹੇ ਹੈ ਉਹਦੇ ਨਾਲ ਉਹਨਾਂ ਦੀ ਜਾਨ ਨੂੰ ਖਤਰਾ ਹੈ। ਜਦੋਂ ਵੀ ਲੋਕ 50 ਤੋਂ 100 ਕਿਸੇ ਦੁਕਾਨ ਦੇ ਬਾਹਰ ਇਕੱਠੇ ਹੁੰਦੇ ਆ, ਮੈਨੂੰ ਪਤਾ ਹੈ ਮਜਬੂਰੀ 'ਚ ਹੁੰਦੇ ਆ, ਲੇਕਿਨ ਉਹਨਾਂ ਨੂੰ ਸਮਝਾਉਣਾ ਬਹੁਤ ਜ਼ਰੂਰੀ ਹੈ ਸਰਕਾਰ ਦੀਆਂ ਮਜਬੂਰੀਆਂ ਔਰ ਸਬਰ ਜੀਵਨ ਦੇ ਹਰ ਮਕਸਦ ਦਾ ਦਰਵਾਜ਼ਾ ਖੋਲ੍ਹਦਾ ਹੈ। ਜਦੋਂ ਤੁਸੀਂ 100 ਬੰਦੇ ਇਕੱਠੇ ਹੋਏ ਤੇ ਫਿਰ ਉਹ ਮਕਸਦ ਡਿਫੀਟ ਹੋ ਗਿਆ, ਕਿਉਂਕਿ ਤੁਸੀਂ ਘਰ 'ਚ ਮਹਿਫੂਜ਼ ਹੋ। ਘਰ 'ਚ ਰੱਖਣ ਦਾ ਕਾਰਨ ਇਹ ਹੈ ਵੀ ਉਹ ਫੈਲੇ ਨਾ। ਆਪਾਂ ਲੰਗਰ ਦੀ ਪ੍ਰਥਾ ਹੈ, ਇਹ ਆਪਣੀ ਪਛਾਣ ਹੈ, ਇਹ ਹਰ ਪੰਜਾਬੀ ਦੀ ਜਿੰਦ ਜਾਨ ਹੈ, ਲੇਕਿਨ ਪਰਿਸਥਿਤੀਆਂ ਦੇ ਅਨੁਸਾਰ ਢਾਲ ਕੇ ਹੁਣ ਲੰਗਰ ਜਿਹੜਾ ਹੈਗਾ ਉਹ ਘਰੋਂ ਘਰੀ ਪਹੁੰਚਾਉਣਾ ਪੈਣਾ, ਪੈਕਟਾਂ ਦੇ ਵਿੱਚ ਪਹੁੰਚਾਉਣਾ ਪੈਣਾ। ਮਾਸਕ ਦੇਖਦਾ ਮੈਂ ਵੀਰੋ, ਮੈਂ WHO ਨਾਲ ਸੰਪਰਕ ਕਰਦਾ, 1 ਸਕਿੰਟ 'ਚ ਜਵਾਬ ਆਉਂਦਾ। ਜੇ ਮੈਂ ਉਹਨਾਂ ਨੂੰ ਕੁਐਸਚਨ ਪਾਉਣਾ ਤਾਂ ਠਾਂ ਕਰਦਾ ਜਵਾਬ ਆਉਂਦਾ। ਮੈਂ ਉਹਨਾਂ ਨੂੰ ਇਹ ਪੁੱਛਿਆ ਵੀ ਮਾਸਕ ਪਾਉਣਾ ਕੀ ਜ਼ਰੂਰੀ ਹੈ, ਤੇ WHO ਤੋਂ ਜਵਾਬ ਆਇਆ ਕਿ ਇਹ ਇੱਕ ਮਿੱਥ ਹੈ, ਇਹ ਇੱਕ ਵਹਿਮ ਹੈ। ਮਾਸਕ ਸਿਰਫ ਉਹੀ ਬੰਦਾ ਪਾਵੇ ਜਿਹਨੂੰ ਖੰਘ ਹੈ, ਜਿਹੜਾ ਬਿਮਾਰ ਹੈ, ਜਿਹਨੂੰ ਨਜ਼ਲਾ ਹੈ, ਉਹ ਮਾਸਕ ਪਾਵੇ ਤੇ ਉਹਨਾਂ ਦਾ ਇਲਾਜ ਕਰ ਰਿਹਾ, ਚਾਹੇ ਡਾਕਟਰ ਹੋਵੇ ਚਾਹੇ ਘਰ ਦਾ, ਉਹ ਵੀ ਮਾਸਕ ਪਾਵੇ। ਲੇਕਿਨ ਜਿਹੜਾ ਬੰਦਾ ਸੜਕਾਂ ਦੇ ਉੱਤੇ ਠੀਕ ਹੈ, ਉਹ ਜਦੋਂ ਮਾਸਕ ਪਾਉਂਦਾ ਤੇ ਆਪਣੇ ਜੀਵਨ ਨੂੰ ਖਤਰੇ 'ਚ ਪਾ ਰਿਹਾ, ਉਹ ਜੀਵਨ ਖਤਰੇ 'ਚ ਕਿੱਦਾਂ ਪੈ ਰਿਹਾ ਇਹ ਮੈਂ ਸਮਝਾਉਣਾ। WHO ਕਹਿੰਦਾ ਵੀ ਤੁਹਾਡਾ ਹੱਥ ਜਿਹੜਾ ਹੈ ਉਹ ਤੁਹਾਡੇ ਨੱਕ ਤੱਕ, ਤੁਹਾਡੀਆਂ ਅੱਖਾਂ ਤੱਕ ਤੇ ਤੁਹਾਡੇ ਮੂੰਹ ਤੱਕ ਨਹੀਂ ਜਾਣਾ ਚਾਹੀਦਾ, ਉੱਥੋਂ ਹੀ ਟਰਾਂਸਮਿਟ ਹੁੰਦੀ ਹੈ। ਔਰ ਇਹ ਹਵਾ 'ਚ ਗੈਸ ਨਹੀਂ ਹੈ ਕੋਈ ਵੀ ਜਿਹੜੀ ਤੁਹਾਨੂੰ ਹਵਾ ਦੇ ਵਿੱਚੋਂ ਟਰਾਂਸਮਿਟ ਹੋਊਗੀ, ਇਹ ਰੈਸਪੀਰੇਟਰੀ ਲਿਕੁਇਡ ਦੇ ਨਾਲ ਟਰਾਂਸਫਰ ਹੁੰਦੀ ਹੈ। ਰੈਸਪੀਰੇਟਰੀ ਲਿਕੁਇਡ ਮਤਲਬ ਜਿਹੜਾ ਨੱਕ ਦੇ ਵਿੱਚੋਂ ਤੁਹਾਡੇ ਲਿਕੁਇਡ ਬਹਿੰਦਾ, ਅੱਖ 'ਚੋਂ ਜਾਂ ਮੂੰਹ ਦੇ ਵਿੱਚੋਂ ਜਦੋਂ ਛਿੱਕ ਮਾਰਦੇ ਆ, ਮੂੰਹ 'ਚੋਂ ਜਿਹੜਾ ਲਿਕੁਇਡ ਹੁੰਦਾ, ਉੱਥੋਂ ਇਹ ਮਹਾਮਾਰੀ ਫੈਲਣ ਦਾ ਖਤਰਾ ਹੁੰਦਾ। ਤੇ ਜਦੋਂ ਤੁਸੀਂ ਮਾਸਕ ਪਾਉਂਦੇ ਹੋ ਤਾਂ 15-20 ਵਾਰ ਤੇ ਮਾਸਕ ਐਡਜਸਟ ਕਰਦੇ ਹੋ। ਜਿਹੜਾ ਸਕੂਟਰ ਤੇ ਜਾਂਦਾ ਹੁੰਦਾ ਉਹ ਐਂ ਕਰਦਾ, ਇਹਦਾ ਮਤਲਬ ਤੁਹਾਡਾ ਜਿਹੜਾ ਹੱਥ ਹੈ ਉਹ ਬਾਰੰਬਾਰ ਨੱਕ ਤੇ ਜਾ ਰਿਹਾ, ਮੂੰਹ ਤੇ ਜਾ ਰਿਹਾ, ਅੱਖ ਤੇ ਜਾ ਰਿਹਾ। ਇਸ ਕਰਕੇ ਇਹ ਵਹਿਮ ਕੱਢ ਦਿਓ, ਜਿਹੜਾ ਬਿਮਾਰ ਹੈ ਉਹੀ ਮਾਸਕ ਪਾਵੇ, ਔਰ ਜਿਹੜਾ ਬਿਮਾਰ ਨਹੀਂ ਹੈ, ਮਹਿਫੂਜ਼ ਹੈ ਜਾਂ ਇਲਾਜ ਕਰਨ ਵਾਲਾ, ਜਿਹੜਾ ਮਹਿਫੂਜ਼ ਹੈ, ਜਿਹਨੂੰ ਕੋਈ ਬਿਮਾਰੀ ਨਹੀਂ, ਕੋਈ ਖੰਘ ਨਹੀਂ, ਉਹਨੂੰ ਮਾਸਕ ਪਾਉਣ ਦੀ ਕੋਈ ਲੋੜ ਨਹੀਂ। ਔਰ ਮਾਸਕ ਜ਼ਰੂਰਤਮੰਦ ਬੰਦਿਆਂ ਤੱਕ ਪਹੁੰਚੇ। ਇਹ ਉਹ ਇhtiyਾਤ ਨੇ ਜਿਹੜੇ ਜਾਨ ਨੂੰ ਮਹਿਫੂਜ਼ ਰੱਖ ਸਕਦੇ। ਔਰ ਇਸੇ ਕਰਕੇ ਲੋਕਡਾਊਨ ਹੋਇਆ। ਹੁਣ ਮੈਂ ਇਹਦੇ ਤੇ ਇਸੇ ਕਰਕੇ ਸ਼ੁਰੂ 'ਚ ਨਹੀਂ ਬੋਲਿਆ ਕਿ ਇਹਦੇ 'ਚੋਂ ਮੈਨੂੰ ਪਤਾ ਸੀਗਾ ਵੀ ਹੌਲੀ ਹੌਲੀ ਕਰਕੇ ਲੋਕਾਂ ਨੂੰ ਵੱਡੀ ਸਮੱਸਿਆ 'ਚੋਂ ਛੋਟੀਆਂ ਸਮੱਸਿਆਵਾਂ ਪੈਦਾ ਹੋਣੀਆਂ, ਲੇਕਿਨ ਉਹ ਜਾਨ ਤੋਂ ਵੱਧ ਨਹੀਂ ਹੈਗੀਆਂ। ਪਹਿਲਾਂ ਤਾਂ ਇਹ ਸਮਝ ਲਓ ਸਮੱਸਿਆਵਾਂ ਕੀ ਪੈਦਾ ਹੋਈਆਂ। ਵੀ ਸਰਕਾਰ ਨੇ ਜਦੋਂ ਜਾਨ ਬਚਾਉਣ ਦੇ ਲਈ ਇਹ ਸਾਰਾ ਕੁਝ ਕਰਤਾ। ਹੁਣ 2 ਤਰ੍ਹਾਂ ਦੇ ਬੰਦੇ ਆ ਇਹਦੇ 'ਚ, ਇੱਕ ਜਿਹਨਾਂ ਕੋਲ ਪੈਸੇ ਆ ਔਰ ਉਹ ਸਮਾਨ ਖਰੀਦਣਾ ਚਾਹੁੰਦੇ, ਇੱਕ ਡੇਲੀ ਵੇਜਰ ਲੇਬਰਰ ਜਿਹਨਾਂ ਨੇ ਰੋਜ਼ ਕਮਾਉਣਾ ਹੈ, ਰੋਜ਼ ਖਾਣਾ ਹੈ, ਔਰ ਜਦੋਂ ਉਹਨਾਂ ਨੇ ਦਿਹਾੜੀ ਨਹੀਂ ਕਰਨੀ ਤੇ ਉਹਨਾਂ ਕੋਲ ਰੋਟੀ ਵੀ ਹੈ ਨਹੀਂ। ਸਰਕਾਰ ਉਹਨਾਂ ਨੂੰ ਸੈਗਰੀਗੇਟ ਕਰ ਰਹੀ ਹੈ। ਮੈਂ ਕੱਲ ਡਿਪਟੀ ਕਮਿਸ਼ਨਰ ਨਾਲ ਬਹੁਤ ਲੰਬੀ ਮੀਟਿੰਗ ਕੀਤੀ ਹੈ, ਫਿਰ ਆਪਣੇ ਹਰ ਕਾਉਂਸਲਰ ਨੂੰ ਬੁਲਾ ਕੇ ਇੱਕ ਚੀਜ਼ ਪੁੱਛੀ ਵੀ ਲੋਕ ਉਹਨਾਂ ਨੂੰ ਕੀ ਕਹਿੰਦੇ ਆ, ਕਿਸ ਤਰ੍ਹਾਂ ਕਹਿੰਦੇ। ਕਈ ਕਾਉਂਸਲਰਾਂ ਦੇ ਘਰੇ ਲੋਕ ਚਲੇ ਗਏ, ਮਜਬੂਰੀ 'ਚ ਜਾਂਦੇ ਆ ਵਿਚਾਰੇ, ਹੁਣ ਉਹਨਾਂ ਦੀ ਆਵਾਜ਼ ਚੁੱਕਣੀ ਪੈਣੀ ਹੈ ਨਾ, ਉਹਨੂੰ ਸਮਝਾਉਣਾ ਪੈਣਾ। ਉਹ ਜਦੋਂ ਰੋਟੀ ਨਹੀਂ ਹੁੰਦੀ, ਮਤਲਬ ਐਸੈਂਸ਼ੀਅਲ ਕਮੋਡਿਟੀਆਂ ਨਹੀਂ ਹੁੰਦੀਆਂ, ਤੇ ਉਹ ਕਾਉਂਸਲਰ ਦੇ ਘਰ ਇਕੱਠੇ ਹੋ ਕੇ ਚਲੇ ਜਾਂਦੇ ਹੈ ਤੇ ਗਲਤ, ਲੇਕਿਨ ਉਹ ਕਰਨ ਕੀ। ਸੋ ਇਸ ਕਰਕੇ ਇਹ ਬੈਲੈਂਸ ਬਣਾਉਣਾ ਪੈਣਾ ਹੈ ਕਿ ਲੋਕਾਂ ਦੀ ਜਿਹੜੀ ਸਮੱਸਿਆ ਹੈ ਉਹਨੂੰ ਹੌਲੀ ਹੌਲੀ ਸੋਲਵ ਕਰਨਾ ਪੈਣਾ, ਪਰ ਸਬਰ ਰੱਖੋ। ਸਬਰ ਦਾ ਫਲ ਬਹੁਤ ਮਿੱਠਾ ਹੁੰਦਾ ਹੈ। ਮਹਿਫੂਜ਼ ਰੱਖਣਾ, ਜਾਨ ਬਚਾਉਣੀ, ਇਹ ਸਰਕਾਰਾਂ ਦਾ ਪਹਿਲਾ ਕੰਮ ਹੈ। ਸੋ ਉਹਨਾਂ ਨੂੰ ਸੈਗਰੀਗੇਟ ਕਰ ਰਿਹਾ। ਡਿਪਟੀ ਕਮਿਸ਼ਨਰ ਸਾਹਿਬ ਨਾਲ ਅਸੀਂ ਸਲਾਹ ਕੀਤੀ ਸੀਗੀ ਕਿ ਭਾਈ ਸਭ ਤੋਂ ਵੱਡਾ ਮੁੱਦਾ ਇਹ ਆ ਰਿਹਾ ਕਿ ਲੋੜਵੰਦ ਕੌਣ ਹੈ ਔਰ ਪਹੁੰਚਾਉਣਾ ਕਿਹਨੂੰ ਹੈ। ਸਮਝ ਇਹੀ ਨਹੀਂ ਆ ਰਹੀ, ਔਰ ਉਹ ਵੀ ਮੰਨੇ ਇਸ ਗੱਲ ਨੂੰ ਵੀ ਸਾਰਿਆਂ ਨੂੰ ਇਹੀ ਨਹੀਂ ਸਮਝ ਆ ਰਹੀ ਵੀ ਪਹੁੰਚਾਉਣਾ ਕਿਹਨੂੰ ਹੈ। ਦੂਜੀ ਪ੍ਰੋਬਲਮ ਇਹ ਆ ਰਹੀ ਹੈ ਕਿ ਜਿਹੜੀਆਂ ਥੋਕ ਦਾ ਸਮਾਨ ਆਉਂਦਾ ਸੀ, ਉਹ ਥੋਕ ਦਾ ਸਮਾਨ ਅੱਜ ਜਿਹੜੇ ਇੰਟਰਸਟੇਟ ਬੈਰੀਅਰ ਨੇ, ਵੱਡੇ ਵੱਡੇ ਟਰੱਕ ਲੋਕਡਾਊਨ ਕਰਕੇ ਉੱਥੇ ਖੜੇ ਆ। ਹੁਣ ਜਦੋਂ ਥੋਕ ਦਾ ਸਮਾਨ ਥੋਕ ਦੀਆਂ ਵੱਡੀਆਂ ਦੁਕਾਨਾਂ ਤੇ ਨਹੀਂ ਆਊ, ਤੇ ਫਿਰ ਉਦੋਂ ਬਾਅਦ ਸੈਮੀ ਥੋਕ ਵਾਲੀਆਂ ਦੁਕਾਨਾਂ ਤੇ ਨਹੀਂ ਆਊ, ਤੇ ਉਹ ਛੋਟੀ ਦੁਕਾਨ ਤੇ ਕਿਵੇਂ ਪਹੁੰਚੂ। ਆਮ ਬੰਦਾ ਛੋਟੀ ਦੁਕਾਨ ਤੇ ਜਾ ਕੇ ਸਮਾਨ ਖਰੀਦਦਾ। ਹੁਣ ਉਹ ਸਮੱਸਿਆ ਨੂੰ, ਸਪਲਾਈ ਚੇਨ ਨੂੰ ਬਣਾ ਰਹੇ, ਔਰ ਗਵਰਨਮੈਂਟ ਆਫ ਇੰਡੀਆ ਵੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨਾਲ ਇਨ ਟੱਚ ਹੈ, ਔਰ ਉਹ ਕਹਿ ਰਹੇ ਆ ਵੀ ਅਸੀਂ ਉਹਨਾਂ ਟਰੱਕਾਂ ਨੂੰ ਉੱਥੋਂ ਭੇਜ ਰਹੇ ਹਾਂ। ਥੋਕ ਤੋਂ ਜਦੋਂ ਆਮ ਦੁਕਾਨ ਦੇ ਉੱਤੇ ਆਊਗਾ ਤੇ ਪ੍ਰਸ਼ਾਸਨ ਦਾ ਇਹ ਸਭ ਤੋਂ ਪਹਿਲਾ ਦਾਇਿਤਵ ਹੈ ਕਿ ਜਿਹੜੀ ਮੁਹੱਲੇ ਦੇ ਕੋਨੇ ਤੇ ਦੁਕਾਨ ਹੈ, ਜਿਹੜੇ ਉਧਾਰ ਵੀ ਲੈਂਦੇ ਆ, ਜਿਹੜੇ ਉਹਨਾਂ ਦੁਕਾਨਾਂ ਦੇ ਨਾਲ ਸੰਪਰਕ ਦੇ ਵਿੱਚ ਨੇ, ਅੱਜ ਤੋਂ ਨਹੀਂ ਪਿਛਲੇ 20-25 ਸਾਲਾਂ ਤੋਂ, ਉਹਨੂੰ ਇਹ ਵੀ ਪਤਾ ਹੈ ਵੀ ਜੇ ਮੈਂ ਇਹਨਾਂ ਦੀ ਨਹੀਂ ਸੁਣੂਗਾ ਤੇ ਕੱਲ ਨੂੰ ਮੇਰਾ ਬਾਈਕਾਟ ਨਾ ਕਰ ਦੇਣ।
ਉਹ ਦੁਕਾਨਾਂ ਦੇ ਉੱਤੇ ਸਭ ਤੋਂ ਪਹਿਲ ਦੇ ਆਧਾਰ ਦੇ ਵਿੱਚ ਥੋਕ ਦਾ ਜਿਹੜਾ ਸਮਾਨ ਹੈ, ਸਪਲਾਈ ਚੇਨ ਉੱਥੇ ਸ਼ੁਰੂ ਹੋਣੀ ਚਾਹੀਦੀ ਹੈ। ਦੂਜੀ, ਕਿਸੇ ਨੂੰ ਡਾਇਬਟੀਜ਼ ਹੈ, ਉਹ 2 ਦਿਨ ਬਗੈਰ ਦਵਾਈ ਕਿਵੇਂ ਰਹੂ? ਉਹ ਬੜਾ ਔਖਾ ਹੈ। ਅੱਛਾ, ਜਿਹਨੂੰ ਸਪਲਾਈ ਹੁੰਦੀ ਹੈ ਉਹ ਫਿਰ 6 ਮਹੀਨੇ ਦੀ ਇਕੱਠੀ ਲੈ ਲੈਂਦਾ। ਇਹ ਬੈਲੈਂਸ ਬਣਾਉਣਾ ਪੈਣਾ ਹੈ ਔਰ ਉਹ ਥੋਕ ਦਾ ਸਮਾਨ ਇਹ ਸਪਲਾਈ ਚੇਨ ਬਣਾ ਕੇ ਇਹਨਾਂ ਲੋਕਾਂ ਦੇ ਕੋਲ ਪਹੁੰਚਾਉਣਾ ਪੈਣਾ। ਇਹ ਸਮੱਸਿਆ ਦਾ ਵੱਡਾ ਸਮਾਧਾਨ ਹੈ। ਲੇਕਿਨ ਇੰਨਾ ਤੁਸੀਂ ਯਾਦ ਰੱਖੋ, ਮੈਂ ਪਹਿਲੇ ਚਰਨ ਦੇ ਵਿੱਚ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਕਿ ਜਿੱਥੇ 4 ਬੰਦਿਆਂ ਤੋਂ ਵੱਧ 144 ਲੱਗੀ 4 ਬੰਦਿਆਂ ਤੋਂ ਵੱਧ ਲੋਕ ਇਕੱਠੇ ਹੁੰਦੇ ਆ ਤੇ ਉਹ ਆਪਣੀ ਵੀ ਤੇ ਸਮੂਹ ਪੰਜਾਬ ਦੀ ਜਾਨ ਨੂੰ ਖਤਰਾ ਪਾ ਰਹੇ ਆ। ਕਿਉਂਕਿ ਜੇ ਇਹ 400 ਨੂੰ ਫੈਲੇ ਤੇ 400 ਤੋਂ 4000 ਕਦੋਂ ਗਿਆ ਪਤਾ ਨਹੀਂ ਲੱਗਣਾ। ਜਿਹੜੇ ਵੱਡੇ ਦੇਸ਼ਾਂ ਨੇ ਕੰਟਰੋਲ ਵੀ ਕੀਤਾ ਹੈ, ਕੋਰੀਆ ਵਰਗਿਆਂ ਨੇ, ਉਹਨਾਂ ਨੇ ਘਰਾਂ 'ਚ ਹੀ ਸੈਗਰੀਗੇਟ ਕਰਕੇ ਉੱਥੇ ਟੈਸਟਿੰਗ ਕਰਕੇ ਜਿਹਨੂੰ ਬਿਮਾਰੀ ਹੈ ਉਹਨੂੰ ਉੱਥੇ ਹੀ ਇਲਾਜ ਕਰਤਾ ਜਾਂ ਉਹਨੂੰ ਉੱਥੋਂ ਹੀ ਹਸਪਤਾਲ ਤੋਂ ਚੱਕ ਲਿਆ। ਲੇਕਿਨ ਜਦੋਂ 4000 ਬੰਦਾ ਇਕੱਠਾ ਹੋ ਕੇ ਜਾਂ 400 ਜਾਂ 200 ਬੰਦਾ ਇਕੱਠਾ ਹੋ ਕੇ ਜਾਂਦਾ, ਹੁਣ ਦਾਨ ਕਰਨ ਵਾਲੇ ਬੰਦੇ ਮੈਂ ਉਹਨਾਂ ਦੇ ਨਾਲ ਪੂਰਾ ਸਮਰਥਨ ਕਰਦਾ, ਕਿਉਂਕਿ ਮੈਂ ਇਹ ਸਮਝਦਾ ਕਿ ਇਦੋਂ ਵੱਡੀ ਦਾਤ ਹੀ ਕਿਸੇ ਨੂੰ ਕੋਈ ਨਹੀਂ ਮਿਲੀ ਕਿ ਅਗਲਾ ਮੁਸੀਬਤ ਦੇ ਵਿੱਚ ਕਿਸੇ ਨੂੰ ਮਦਦ ਕਰਨਾ ਚਾਹੁੰਦਾ ਹੈ। ਔਰ ਪੰਜਾਬੀਆਂ ਦੇ ਤਾਂ ਖੂਨ 'ਚ ਲੰਗਰ ਉੱਥੋਂ ਉਪਜਿਆ, ਗੁਰੂ ਸਾਹਿਬਾਨਾਂ ਦੀ ਸਿਹਤ ਤੋਂ ਛਬੀਲਾਂ ਉੱਥੋਂ ਉਪਜੀਆਂ ਔਰ ਦਾਨ ਵੀ ਉੱਥੋਂ ਹੀ ਉਪਜਿਆ। ਲੇਕਿਨ ਜਦੋਂ ਕੋਈ ਬੰਦਾ 2 ਤੋੜੇ ਦੇਣ ਜਾਂਦਾ ਜਾਂ 4 ਤੋੜੇ ਦੇਣ ਜਾਂਦਾ ਔਰ 200 ਬੰਦੇ ਇਕੱਠੇ ਕਰਕੇ ਉੱਥੇ ਉਹ ਤੋੜੇ ਵੰਡਦਾ ਤੇ ਫਿਰ ਉਹਨੂੰ ਇਹ ਸਮਝ ਨਹੀਂ ਹੈ ਵੀ ਭਾਈ ਉਹ ਫਾਇਦਾ ਘੱਟ ਕਰ ਰਿਹਾ ਔਰ ਨੁਕਸਾਨ ਜ਼ਿਆਦਾ ਕਰ ਰਿਹਾ। ਉਹਨੂੰ ਇਹ ਸਮਝਣਾ ਚਾਹੀਦਾ ਹੈ ਵੀ ਜੇ ਤੋੜੇ ਵੰਡਣੇ ਵੀ ਹੈ, ਆਪਾਂ ਲੰਗਰ ਵੀ ਵਰਤਾਉਣਾ, ਤੇ ਮੁੱਢ ਮੰਨ ਲਓ ਕਿ ਘਰੋਂ ਕਰੀ ਜਾਊਗਾ ਭਾਈ, ਘਰੋਂ ਕਰੀ ਜਾਊਗਾ। ਮੈਂ ਰਿਪੀਟ ਕਰ ਰਿਹਾ ਕਿਉਂਕਿ ਇਹੀ ਮੇਨ ਮੁੱਦਾ ਹੈ ਔਰ ਇਹੀ ਆਪਾਂ ਨੂੰ ਮਹਿਫੂਜ਼ ਰੱਖੂਗਾ, ਆਪਾਂ ਨੂੰ ਜਿਉਂਦਿਆਂ ਰੱਖੂਗਾ, ਕਿਉਂਕਿ ਇਹ ਖਤਰਨਾਕ ਬਿਮਾਰੀ ਹੈ। ਜ਼ਿਆਦਾ ਬੱਚਿਆਂ ਨੂੰ ਔਰ ਬਜ਼ੁਰਗਾਂ ਨੂੰ ਪੈਂਦੀ ਹੈ, ਉਹਨਾਂ ਨੂੰ ਬਿਲਕੁਲ ਹੀ ਸੈਗਰੀਗੇਟ ਕਰਨ ਦੀ ਲੋੜ ਹੈ। ਸੋ ਮੇਰਾ ਜਿਹੜਾ ਪਹਿਲਾ ਚਰਨ ਸੀ ਉਹ ਮੈਂ ਇਹੀ ਕਹਿਣਾ ਚਾਹੁੰਦਾ ਕਿ ਅੱਜ ਬਹੁਤ ਬਿਹਤਰੀ ਹੈ, ਜੋ ਬਿਹਤਰ ਹੈ ਉਸੇ ਸਵੀਕਾਰਾ ਸਭ ਨੇ। ਜਿਹੜੀ ਚੀਜ਼ ਬਿਹਤਰ ਹੈ, ਹੁਣ ਤੁਸੀਂ ਦੇਖੋ ਪੁਲਿਸ ਦਾ ਰਵੱਈਆ ਪੂਰਾ ਬਦਲਿਆ ਹੋਇਆ, ਸਬਜ਼ੀਆਂ ਹੌਲੀ ਹੌਲੀ ਪਹੁੰਚ ਰਹੀਆਂ ਨੇ। ਮੈਂ ਇੱਥੇ ਆਪਣੇ 3 ਜਿਹੜੇ ਮੇਨ ਮੇਰੇ ਯੋਧੇ ਨੇ, ਜਿਹੜੇ ਅਸਲ ਦੇ ਵਿੱਚ ਜਰਨੈਲ ਲੜਨ ਵਾਲੇ ਨੇ, ਜਿਹੜੇ ਆਮ ਲੋਕਾਂ ਦਾ ਭਲਾ ਕਰਨ ਵਾਲੇ ਨੇ, ਜਿਹੜੇ ਮੇਰੇ ਤੋਂ ਵੀ ਪਹਿਲਾਂ ਦੇ ਕਰ ਰਹੇ ਨੇ। ਇੱਕ ਹੁੰਦਲ ਸਾਹਿਬ ਨੇ ਸਾਡੇ, ਇਹ ਗਰੀਬ ਬਾਬਿਆਂ ਚੋਂ ਹੈ, ਇਹ ਮੇਰਾ ਬਲਾਕ ਪ੍ਰਧਾਨ ਹੈ, ਅੰਮ੍ਰਿਤਪਾਲ ਹੈ। ਔਰ ਬੜਾ ਫਖਰ ਹੈ ਕਿ ਸਭ ਤੋਂ ਪਹਿਲੀ ਆਵਾਜ਼ ਜੇ ਕਿਸੇ ਕਾਉਂਸਲਰ ਨੇ ਚੁੱਕੀ ਤੇ ਉਹ ਮੇਰੇ ਇਸ ਪੁੱਤਾਂ ਵਰਗੇ ਦਮਨ ਨੇ ਚੁੱਕੀ। ਤਾਂ ਇਹ ਸਾਡੀ ਜਿੰਦ ਜਾਨ, ਇਹਨਾਂ ਤੋਂ ਬੜੀ ਵੱਡੀ ਇਨਫੋਰਮੇਸ਼ਨ ਮਿਲਦੀ ਹੈ। ਮੈਂ ਸਾਰਿਆਂ ਨਾਲ ਗੱਲ ਕੀਤੀ ਹੈ। ਜਦ ਤੱਕ ਮੈਂ ਐਡ ਨਹੀਂ ਕਰ ਸਕਦਾ ਸੀ, ਕੋਈ ਵੈਲਿਊ ਐਡੀਸ਼ਨ ਨਹੀਂ ਕਰ ਸਕਦਾ ਸੀ, ਮੈਂ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਤੋਂ ਗੁਰੇਜ਼ ਕੀਤਾ, ਕਿਉਂਕਿ ਮੈਂ ਉਹ ਚੀਜ਼ਾਂ ਦੁਹਰਾਉਣੀਆਂ ਨਹੀਂ ਸੀ ਚਾਹੁੰਦਾ ਜਿਹੜੀਆਂ ਬਾਰ-ਬਾਰ ਹੁੰਦੀਆਂ। ਲੇਕਿਨ ਹੁਣ ਇਹ ਪਬਲਿਕ ਦੀ ਜਿਹੜੀ ਆਵਾਜ਼ ਹੈ, ਇਹ ਸਰਕਾਰ ਤੱਕ ਪਹੁੰਚਾਉਣੀ ਬੜੀ ਜ਼ਰੂਰੀ ਹੈ। ਸਰਕਾਰ ਆਪਣੇ ਵੱਲੋਂ ਪੂਰਾ ਪ੍ਰਯਾਸ ਕਰਦੀ ਹੈ। ਸੀਐਮ ਕੈਪਟਨ ਅਮਰਿੰਦਰ ਸਿੰਘ ਜੀ ਨੇ ਅਨਾਉਂਸ ਕੀਤਾ ਕਿ ਜੀ ਅਸੀਂ 10,000 ਪੈਕੇਟ ਭੇਜ ਰਹੇ ਹਾਂ, ਖਾਸ ਤੌਰ ਤੇ ਉਹਨਾਂ ਲੋਕਾਂ ਲਈ ਜਿਹੜੇ ਪ੍ਰਵਾਸੀ ਨੇ। ਵੇਖੋ, ਅੱਜ ਤੁਸੀਂ ਜਦੋਂ ਪ੍ਰਵਾਸੀਆਂ ਦੀ ਗੱਲ ਕਰਦੇ ਹੋ, ਉਹ ਵਿਚਾਰੇ ਘਰ-ਬਾਰ ਛੱਡ ਕੇ ਮਹਿਮਾਨ ਨੇ ਸਾਡੇ। ਮਹਿਮਾਨ ਜੋ ਹਮਾਰਾ ਹੋਤਾ ਹੈ ਉਹ ਜਾਨ ਸੇ ਪਿਆਰਾ ਹੋਤਾ ਹੈ। ਉਹਨਾਂ ਮਹਿਮਾਨਾਂ ਦਾ ਇਹ ਹਾਲ ਹੈ ਕਿ ਉਹ ਕਿਰਾਇਆ ਤੇ ਰਹਿੰਦੇ ਆ ਵਿਚਾਰੇ, ਇੱਥੇ ਕਿਰਾਇਆ ਦੇਣ। ਦੂਜਾ, ਹੁਣ ਰੋਟੀ ਨਹੀਂ ਹੈ ਉਹਨਾਂ ਕੋਲ। ਸੋ ਜਿਹੜੇ ਬੰਦੇ ਖਰੀਦ ਸਕਦੇ ਆ, ਉਸ ਦੁਕਾਨ ਤੇ ਜਦੋਂ ਸਪਲਾਈ ਹੋਊਗੀ, ਕੰਟੈਕਟ ਕੌਣ ਹੋਊਗਾ? ਇਹ ਬੜੀ ਵੱਡੀ ਗੱਲ ਹੈ, ਕਿਉਂਕਿ ਜਿਹੜੇ ਅਫਸਰ ਨੇ ਉਹ ਕਾਉਂਸਲਰ ਨਾਲ ਸੰਪਰਕ ਕਰਨ। ਕਾਉਂਸਲਰ ਸਭ ਨੂੰ ਜਾਣਦਾ ਹੈ, ਉਹਦੀ ਭੁੱਖ ਹੈ ਕਿ ਉਹ ਆਪਣੇ ਬੰਦਿਆਂ ਦਾ ਖਿਆਲ ਰੱਖੇ। ਉਹ 10,000 ਬੰਦੇ ਦਾ ਚੁਣਿਆ ਨੁਮਾਇੰਦਾ ਹੈ। ਸੋ ਹੁਣ ਕੰਟੈਕਟ ਵੀ ਬਣ ਗਏ। ਅਸੀਂ ਡਿਪਟੀ ਕਮਿਸ਼ਨਰ ਸਾਹਿਬ ਨਾਲ ਗੱਲ ਕੀਤੀ ਹੈ, ਜ਼ੋਨਾਂ ਦੇ ਵਿੱਚ ਵੰਡਿਆ ਗਿਆ। ਹੁੰਦਲ ਸਾਹਿਬ ਨੇ ਕੱਲ ਸੁਝਾਅ ਦਿੱਤਾ ਵੀ ਜਿਵੇਂ ਡਿਵੀਜ਼ਨਾਂ ਹੁੰਦੀਆਂ ਸੀ ਪਹਿਲਾਂ, ਜਦੋਂ ਆਪਦਾ ਦਾ ਸਮਾਂ ਹੁੰਦਾ ਸੀਗਾ, ਡਿਫੈਂਸ ਕਮੇਟੀਆਂ ਹੁੰਦੀਆਂ ਸੀਗੀਆਂ, ਉਹ ਜਾ ਕੇ ਸੁਝਾਅ ਦਿੰਦੀਆਂ ਸੀ। ਸੋ ਅਸੀਂ ਹੁਣ ਡਿਵੀਜ਼ਨਾਂ ਬਣਾਈਆਂ ਨੇ, ਉਹ ਡਿਵੀਜ਼ਨਾਂ ਜ਼ੋਨਾਂ 'ਚ ਵੰਡੀ, ਹਰੇਕ ਕਨਸਟੀਚੁਐਂਸੀ ਜ਼ੋਨਾਂ 'ਚ ਵੰਡੀ ਗਈ ਹੈ। ਜ਼ੋਨਾਂ ਦੇ ਅੱਗੇ ਵਾਰਡ ਨੇ। ਹੁਣ ਹਰੇਕ ਵਾਰਡ ਦੇ ਵਿੱਚ ਇਹ ਡਿਸਾਈਡ ਹੋਇਆ ਹੈ ਵੀ ਹਰੇਕ ਵਾਰਡ ਦੇ ਵਿੱਚ ਵਾਰਡ ਦਾ ਕਾਉਂਸਲਰ, ਵਾਰਡ ਪ੍ਰਧਾਨ ਤੇ ਉਹਦੀ ਜਿਹੜੀ ਟੀਮ, ਇਕੱਲੇ ਬੰਦੇ ਦੀ ਟੀਮ, ਜਿਹੜੀ ਮਤਲਬ ਦੁਕਾਨ ਤੋਂ ਸਪਲਾਈ ਕਰੂਗੀ। ਇਹ ਸਮਝ ਲੈਣਾ ਵੀ ਦੁਕਾਨ ਤੇ ਇਕੱਠੇ ਨਹੀਂ ਹੋ ਸਕਦੇ। ਦੁਕਾਨਦਾਰ ਜਦੋਂ ਸਮਾਨ ਆ ਗਿਆ ਉਹਨੇ ਸਪਲਾਈ ਕਰਨੀ ਹੈ, ਚਾਹੇ ਉਹ ਕਾਉਂਸਲਰ ਦੇ ਬੰਦਿਆਂ ਦੇ ਥਰੂ ਕਰੇ, ਚਾਹੇ ਉਹ ਆਪਣੇ ਬੰਦਿਆਂ ਦੇ ਥਰੂ ਕਰੇ, ਔਰ ਸੈਨੀਟਾਈਜ਼ਰ ਉਹਦੇ ਕੋਲ ਹੋਣਗੇ। ਸਮਝ ਲਓ, ਇਹ 3-4 ਬੰਦਿਆਂ ਦੀ ਟੀਮ, ਵਾਰਡ ਪ੍ਰਧਾਨ ਵਾਲਿਆਂ ਦੀ, ਇੱਕ ਕਾਰਪੋਰੇਸ਼ਨ ਦਾ ਬੰਦਾ, ਇੱਕ ਪੁਲਿਸ ਦਾ ਬੰਦਾ ਤੇ ਉਹਦੇ ਨਾਲ ਇੱਕ ਡਿਪਾਰਟਮੈਂਟ ਦਾ ਬੰਦਾ।
ਇਹ ਹਰ ਵਾਰਡ ਦੇ ਵਿੱਚ ਇੱਕ ਟੀਮ ਪੂਰੀ ਖੜੀ ਹੋ ਚੁੱਕੀ ਹੈ ਔਰ ਡਿਪਟੀ ਕਮਿਸ਼ਨਰ ਦੇ ਆਰਡਰ ਨੇ ਵੀ ਆਹ ਸਮਾਨ ਇੰਨੇ ਵਜੇ ਪਿੰਡਾਂ ਵਾਲੇ ਵੀਰ ਵੀ ਜਿਹੜੇ ਨੇ ਚਾਰਾ ਲੈਂਦੇ ਆ, ਕੋਈ ਉਹ ਲੈਂਦੇ ਆ, ਮੈਂ ਉਹ ਦਮਨ ਨੂੰ ਐਂਡ ਦੇ ਵਿੱਚ ਕਹੂੰਗਾ ਇਹਨੂੰ ਸਾਰਾ ਕੁਝ ਪੂਰਾ ਪੜਿਆ ਹੋਇਆ ਔਰ ਇੱਕ ਇੱਕ ਚੀਜ਼ ਤੁਹਾਨੂੰ ਸਮਝਾਊਗਾ। ਸੋ ਪਹਿਲਾ ਜਿਹੜਾ ਆਪਾਂ ਕੰਮ ਕਰਨਾ ਹੈ, ਸਭ ਤੋਂ ਵੱਡਾ ਕੰਮ ਕਰਨਾ ਹੈ, ਉਹ ਇਹ ਹੈ ਕਿ ਆਪਾਂ ਸਮੱਸਿਆ ਦਾ ਸਮਾਧਾਨ ਬਣੀਏ।